ਹੈਲੋ ਸਟੂਡੈਂਟਸ, ਆਪਾਂ ਪਹਿਲਾਂ ਜਿਹੜਾ ਹੈਗਾ ਕਰੈਕਟਰਿਸਟਿਕਸ ਆਫ ਐਕਸਪੋਜ਼ਿਟਰੀ ਰਾਈਟਿੰਗ ਕੀਤਾ ਸੀ। ਅੱਜ ਆਪਣਾ ਟੌਪਿਕ ਹੈਗਾ ਬੇਟਾ ਕਾइंड्स ਔਰ ਟਾਈਪਸ ਆਫ ਐਕਸਪੋਜ਼ਿਟਰੀ ਰਾਈਟਿੰਗ, ਵਿਆਖਿਆਤਮਕ ਲਿਖਤ ਦੀਆਂ ਕਿਸਮਾਂ। ਫਸਟ ਇਹਦੇ ਵਿੱਚ ਜਿਹੜੀ ਹੈਗੀ ਆਪਣੀ ਪ੍ਰੋਸੈਸ ਰਾਈਟਿੰਗ, ਜਿਹਨੂੰ ਆਪਾਂ ਪ੍ਰਕਿਰਿਆ ਮੂਲਕ ਲਿਖਤ ਵੀ ਕਹਿੰਦੇ ਹਾਂ। ਦ ਆਥਰ ਐਲੈਬੋਰੇਟਸ ਦ ਸਟੈਪਸ ਔਰ ਸਟੇजेस ਇਨ ਪ੍ਰੋਸੈਸਿਸ ਔਰ ਪ੍ਰੋਸੀਜਰਸ। ਠੀਕ ਹੈ, ਪ੍ਰੋਸੈਸ ਰਾਈਟਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਆਥਰ ਹੈਗਾ ਉਹ ਜਿਹੜਾ ਹੈਗਾ ਕੁਛ ਵੀ ਜਿਹੜਾ ਐਕਸਪਲੇਨ ਕਰਦਾ ਉਹ ਸਟੈਪਸ ਦੇ ਵਿੱਚ ਕਰਦਾ ਜਾਂ ਸਟੇजेस ਦੇ ਵਿੱਚ ਕਰਦਾ ਹੈ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਸਾਈਕੋਲੋਜੀ 'ਚ ਵੀ ਪੜ੍ਹਿਆ ਸੀਗਾ, ਸਟੇजेस ਆਫ ਡਿਵੈਲਪਮੈਂਟ, ਵਿਕਾਸ ਦੇ ਪੜਾਅ, ਇਹ ਬਾਏ ਐਲਿਜ਼ਾਬੈਥ ਬੀ ਹਰਲੌਕ ਨੇ ਦੱਸੇ ਹੈਗੇ ਨੇ। ਫਸਟ ਜਿਹੜਾ ਹੈਗਾ ਪ੍ਰੀ ਨੇਟਲ ਪੀਰੀਅਡ ਹੈਗਾ, ਗਰਭ ਕਾਲ। ਸੈਕਿੰਡ ਹੈਗਾ ਜਿਵੇਂ ਇਨਫੈਂਸੀ, ਸ਼ਿਸ਼ੂ ਕਾਲ। ਦੈਨ ਚਾਈਲਡਹੁੱਡ, ਬਚਪਨ, ਅਡੋਲੋਸੈਂਸ, ਕਿਸ਼ੋਰ ਅਵਸਥਾ। ਤੁਸੀਂ ਹੋਰ ਵੀ ਐਗਜ਼ਾਮਪਲ ਲੈ ਸਕਦੇ ਹੋ, ਜਿਵੇਂ ਕਲਾਸਰੂਮ ਦੇ ਵਿੱਚ ਇੱਕ ਦੋ ਬੱਚਿਆਂ ਨੇ ਦੱਸੀ ਸੀਗੀ, ਠੀਕ ਹੈ, ਉਹ ਵੀ ਲੈ ਸਕਦੇ ਹੋ। ਜਾਂ ਇੱਕ ਕਮਿਊਨੀਕੇਸ਼ਨ ਦੇ ਜਿਵੇਂ ਹੈਗਾ ਪ੍ਰੋਸੈਸ ਹੈਗਾ, ਉਹਦੇ ਵਿੱਚ ਹੁੰਦਾ ਕਿ ਸੈਂਡਰ ਹੁੰਦਾ, ਮੈਸੇਜ ਹੁੰਦਾ, ਦੈਨ ਰਿਸੀਵਰ। ਆਪਾਂ ਫਿਰ ਫੀਡਬੈਕ ਕਰ ਲੈਂਦੇ ਹਾਂ। ਨੰਬਰ ਆਫ ਐਗਜ਼ਾਮਪਲਸ ਹੋ ਸਕਦੀਆਂ। ਨੈਕਸਟ ਜਿਹੜਾ ਹੈਗਾ ਸੈਕਿੰਡ ਟਾਈਪ ਹੈਗਾ ਕੰਪੈਰੀਜ਼ਨ ਔਰ ਕੰਟਰਾਸਟ। ਇਨ ਦਿਸ ਟਾਈਪ ਆਫ ਰਾਈਟਿੰਗ ਰਾਈਟਰਸ ਯੂਜ਼ਸ ਕੰਪੈਰੀਜ਼ਨ / ਕੰਟਰਾਸਟ ਰਾਈਟਿੰਗ। ਠੀਕ ਹੈ ਜੀ, ਇਹਦੇ ਵਿੱਚ ਕੀ ਤੁਲਨਾ ਜਾਂ ਵਖਰੇਵਾਂ ਆਪਾਂ ਜਿਹੜਾ ਹੈਗਾ ਦੱਸਦੇ ਹੈਗੇ ਲਿਖਤ ਦੇ ਵਿੱਚ। ਫੋਰ ਐਗਜ਼ਾਮਪਲ, ਜਿਵੇਂ ਕਿ ਆਪਾਂ ਵੈਨ ਡਾਇਗਰਾਮ ਵੀ ਕੀਤੀ ਹੈ, ਜਿਵੇਂ ਥੋੜ੍ਹਾ ਗ੍ਰਾਫਿਕਲ ਰਿਪਰਜੈਂਟੇਸ਼ਨ ਵੀ ਹੈਗਾ ਐਕਸਪੋਜ਼ਿਟਰੀ ਟੈਕਸਟ ਦਾ, ਅਤੇ ਆਪਾਂ ਉਹ ਨਾਲ ਦੀ ਨਾਲ ਹੀ ਕਰ ਲਾਂਗੇ, ਇਹਦੇ ਵਿੱਚ ਹੀ ਕਰ ਲਾਂਗੇ ਆਪਾਂ ਉਹ। ਜਿਵੇਂ ਕਿ ਹੁਣ ਇਹਦੇ ਵਿੱਚ ਕੀ ਹੈਗਾ ਆਪਣਾ ਕੰਪੈਰੀਜ਼ਨ ਵਾਲੀ ਇਹ ਡਾਇਗਰਾਮ ਹੈਗੀ ਹੈ, ਜਿਵੇਂ ਕਿ ਵੇਲਸ ਹੁੰਦੀਆਂ ਅਤੇ ਫਿਸ਼ ਹੁੰਦੀਆਂ, ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ ਇਹ। ਠੀਕ ਹੈ, ਇਹਦੇ 'ਚ ਅਲੱਗ-ਅਲੱਗ ਚੀਜ਼ਾਂ ਕੀ ਹੁੰਦੀਆਂ, ਵੇਲਸ ਦੇ ਵਿੱਚ ਹੈਵ ਹੇਅਰ, ਇਹਨਾਂ ਦੇ ਵਾਲ ਹੁੰਦੇ ਆ। ਇਹਦੇ ਵਿੱਚ ਕੀ ਹੁੰਦਾ, ਫਿਸ਼ ਦੇ ਵਿੱਚ ਸਕੇਲਸ ਹੁੰਦੀਆਂ, ਹੈਵ ਸਕੇਲਸ। ਗਿਵ ਬਰਥ, ਇਹ ਬਰਥ ਦਿੰਦੀ ਹੈ, ਅੱਗੇ ਵੇਲ ਤੋਂ ਵੇਲ ਹੀ ਬਣਦੀ ਹੈ। ਫਿਸ਼ ਜਿਹੜੀ ਹੈਗੀ ਹੈ ਲੇ ਐਗਸ, ਐਗਸ ਤੋਂ ਫਿਸ਼ ਬਣਦੀ ਹੈ। ਠੀਕ ਹੈ, ਵੇਲਸ ਦੇ ਵਿੱਚ ਕੀ ਹੁੰਦੇ, ਬਰੀਥ ਇਨ ਏਅਰ, ਇਹ ਹਵਾ ਦੇ ਵਿੱਚ ਸਾਹ ਲੈਂਦੀ ਹੈ। ਇਹ ਕੀ ਹੈ, ਬਰੀਥ ਇਨ ਵਾਟਰ, ਇਹ ਪਾਣੀ ਦੇ ਵਿੱਚ ਸਾਹ ਲੈਂਦੀ ਹੈ। ਅਤੇ ਇਹਦੇ 'ਚ ਜਿਹੜੀ ਕਾਮਨ ਚੀਜ਼ਾਂ ਕੀ ਹੈਗੀਆਂ ਨੇ, ਲਿਵ ਇਨ ਵਾਟਰ, ਦੋਨੋਂ ਕੀ ਹੈ ਪਾਣੀ 'ਚ ਰਹਿੰਦੀਆਂ ਨੇ। ਹੈਵ ਫਿਨਸ, ਦੋਨਾਂ ਦੇ ਪੰਖ ਹੁੰਦੇ ਆ। ਕੈਨ ਸਵਿਮ, ਉਹ ਤੈਰ ਸਕਦੀਆਂ ਨੇ। ਨੈਕਸਟ ਜਿਹੜਾ ਹੈਗਾ ਆਪਣਾ ਜੀ ਕਾਜ਼ ਇਫੈਕਟ ਰਾਈਟਿੰਗ, ਕਾਰਨ ਮੂਲਕ ਅਤੇ ਪ੍ਰਭਾਵ ਮੂਲਕ ਲਿਖਤ। ਇਨ ਦਿਸ ਰਾਈਟਿੰਗ writers focus on what causes something, that is why it happened, and what the effects are, that is results। ਵੀ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਉਹਦਾ ਕੀ ਕਾਜ਼ ਹੈ ਅਤੇ ਉਹ ਕਿਉਂ ਹੈਪਨਡ ਹੋਈ ਹੈ, ਕਿਉਂ ਹੋਈ ਹੈ ਹੈਗੀ ਹੈ, ਅਤੇ ਉਹਦੇ ਕੀ ਪ੍ਰਭਾਵ ਹੈ ਅਤੇ ਕੀ ਰਿਜ਼ਲਟ ਹੈ। ਜਿਵੇਂ ਕਿ ਅੱਜ ਕੱਲ੍ਹ ਦੇਖੋ ਚੱਲ ਰਿਹਾ ਹੈਗਾ ਕਰੋਨਾ ਵਾਇਰਸ ਚੱਲ ਰਿਹਾ ਹੈਗਾ। ਠੀਕ ਹੈ ਜੀ, ਇਹਦੇ ਆਪਾਂ ਐਗਜ਼ਾਮਪਲ ਲੈਂਦੇ ਨੇ ਕਾਰਨ ਇਹ, ਇਹਦਾ ਇਫੈਕਟ ਕਿਸ ਕਿਸ ਚੀਜ਼ 'ਤੇ ਪੈ ਰਿਹਾ ਹੈਗਾ, ਐਜੂਕੇਸ਼ਨ 'ਤੇ ਪੈ ਰਿਹਾ। ਠੀਕ ਹੈ, ਸਕੂਲ ਕਾਲਜ ਯੂਨੀਵਰਸਿਟੀ ਸਭ ਬੰਦ ਹੈਗੇ ਨੇ, ਹੋਟਲਸ ਬੰਦ ਹੈਗੇ ਨੇ, ਟਰਾਂਸਪੋਰਟ ਫੈਸਿਲਿਟੀਜ਼ ਬੰਦ ਹੈਗੀਆਂ ਨੇ, ਟ੍ਰੇਨਸ ਬੰਦ ਹੈਗੀਆਂ ਨੇ ਜਿਵੇਂ। ਠੀਕ ਹੈ, ਫਲਾਈਟਸ ਬੰਦ ਹੈਗੀਆਂ ਨੇ। ਠੀਕ ਹੈ, ਜਾਂ ਜਿਹੜੇ ਆਪਣੇ ਹੈਗੇ ਨੇ ਵਹੀਕਲਸ ਜਿਹੜੇ ਹੈਗੇ ਨੇ, ਜਾਂ ਕਾਰ ਹੈ, ਮੋਟਰਸਾਈਕਲ ਹੈ, ਸਾਰੇ ਬੰਦ ਹੈਗੇ ਹੈ। ਟਰੇਡ, ਵਪਾਰ ਬੰਦ ਹੈ, ਇੰਡਸਟਰੀਜ਼ ਬੰਦ ਹੈਗੀਆਂ। ਹਿਊਮਨਸ 'ਤੇ ਇਹ ਬਹੁਤ ਇਫੈਕਟ ਕਰ ਰਿਹਾ ਹੈਗਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਟਲੀ, ਅਮੈਰੀਕਾ ਦੇ ਵਿੱਚ ਠੀਕ ਹੈ ਬਹੁਤ ਲੋਕ ਜਿਹੜੇ ਹੈਗੇ ਨੇ ਮਰ ਗਏ ਹੈਗੇ ਨੇ। ਇੰਡੀਆ ਦੇ ਵਿੱਚ ਇਹ ਬਹੁਤ ਚੱਲ ਰਿਹਾ ਹੈਗਾ, ਕਾਫੀ ਮੌਤਾਂ ਹੋ ਚੁੱਕੀਆਂ ਇੰਡੀਆ ਦੇ ਵਿੱਚ ਵੀ। ਠੀਕ ਹੈ, ਇਹਦਾ ਇਫੈਕਟ ਬਹੁਤ ਜ਼ਿਆਦਾ ਪੈ ਰਿਹਾ ਹਿਊਮਨਸ 'ਤੇ। ਇੰਡੀਅਨ ਇਕੋਨਮੀ 'ਤੇ ਗਰੋਥ ਰੇਟ ਬਹੁਤ ਘੱਟ ਰਿਹਾ ਹੈਗਾ ਸੀਗਾ। ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਗਰੋਥ ਰੇਟ ਜਿਹੜਾ ਹੈਗਾ ਸਾਰੇ ਜਿਹੜੇ ਕੰਟਰੀਜ਼ ਦਾ ਬਹੁਤ ਘੱਟ ਰਿਹਾ ਹੈਗਾ। ਵਰਕਰਸ 'ਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈਗਾ। ਜਿਹੜੇ ਵਰਕਰਸ ਜਿਹੜੇ ਹੈਗੇ ਨੇ ਕਿ ਆਪਣੇ ਘਰ ਤੋਂ ਜਿਹੜਾ ਹੈਗਾ 2-3 ਮਹੀਨੇ ਬਾਹਰ ਜਾ ਕੇ ਜਿਹੜਾ ਹੈਗਾ ਕੀ ਹੈ ਆਪਣਾ ਕੰਮ ਕਰਦੇ ਨੇ, ਰੋਜ਼ੀ ਰੋਟੀ ਕਮਾਉਂਦੇ ਹੈਗੇ ਨੇ, ਉਹਨਾਂ 'ਤੇ ਬਹੁਤ ਇਫੈਕਟ ਪੈ ਰਿਹਾ। ਉਹ ਜਿੱਥੇ ਸੀਗੇ ਉੱਥੇ ਹੀ ਰੁਕੇ ਹੋਏ ਹੈ, ਉਹ ਆਪਣੇ ਘਰ ਵੀ ਪਹੁੰਚ ਨਹੀਂ ਸਕੇ, ਅਤੇ ਖਾਣ ਪੀਣ ਦੀ ਵੀ ਉਹਨਾਂ ਨੂੰ ਕਿੰਨੀ ਪ੍ਰੋਬਲਮ ਆ ਰਹੀਆਂ ਹੈਗੀਆਂ ਨੇ। ਠੀਕ ਹੈ ਜੀ, ਨੈਕਸਟ ਜਿਹੜਾ ਆਪਣਾ ਹੈਗਾ ਬੇਟਾ ਨੈਕਸਟ ਹੈਗਾ ਆਪਣਾ ਡਿਸਕ੍ਰਿਪਸ਼ਨ ਟਾਈਪ, ਵਰਣਨ। ਠੀਕ ਹੈ ਜੀ, ਆਪਾਂ ਜਿਹੜਾ ਪਹਿਲਾਂ ਹੀ ਮੈਂ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚ ਕਰਵਾਇਆ ਸੀ ਤੁਹਾਨੂੰ ਸਟਾਈਲ ਦੇ ਵਿੱਚ, ਆਪਾਂ ਡਿਸਕ੍ਰਿਪਸ਼ਨ ਵਰਡ ਕੀਤਾ ਕਿ ਆਪਾਂ ਕਿਸੇ ਚੀਜ਼ ਨੂੰ ਆਪਾਂ ਡਿਸਕਰਾਈਬ ਕਰਦੇ ਹਾਂ, ਕਿਸੇ ਪਲੇਸ ਨੂੰ ਜਾਂ ਕਿਸੇ ਕਰੈਕਟਰ ਨੂੰ, ਜਾਂ ਕਿਸੇ ਆਪਾਂ ਜਿਹੜਾ ਹੈਗਾ ਪਲੇਸ ਨੂੰ ਕਰ ਸਕਦੇ ਹਾਂ, ਕਰੈਕਟਰ ਨੂੰ ਕਰ ਸਕਦੇ ਹਾਂ, ਜਾਂ ਆਪਾਂ ਜਿਹੜਾ ਹੈਗਾ ਕਿਸੇ ਈਵੈਂਟ ਨੂੰ ਕਰ ਸਕਦੇ ਹਾਂ। ਠੀਕ ਹੈ ਜੀ, ਫੋਰ ਐਗਜ਼ਾਮਪਲ ਜਿਹੜਾ ਆਪਾਂ ਇੱਥੇ ਕਰੈਕਟਰ ਦੀ ਗੱਲ ਕਰੀਏ ਤਾਂ ਸਾਨੀਆ ਮਿਰਜ਼ਾ। ਠੀਕ ਹੈ, ਜਿਵੇਂ ਕਿ ਉਹ ਟੈਨਿਸ ਪਲੇਅਰ ਹੈਗੀ ਹੈ, ਉਹ ਇੰਡੀਆ ਦੀ ਪਲੇਅਰ ਹੈਗੀ ਹੈ। ਉਹਦਾ ਜਨਮ ਜਿਹੜਾ ਹੈਦਰਾਬਾਦ ਦੇ ਵਿੱਚ ਹੋਇਆ। ਉਹ ਵਰਲਡ ਨੰਬਰ 1 ਜਿਹੜਾ ਟੈਨਿਸ ਪਲੇਅਰ ਹੈਗੀ ਹੈ। ਉਹਨੇ 6 ਗ੍ਰੈਂਡ ਸਲੈਮਸ ਟਾਈਟਲ ਜਿੱਤੇ ਹੈਗੇ ਨੇ, ਅਤੇ ਉਹ ਹਾਈਐਸਟ ਪੇਡ ਹੈਗੀ ਹੈ। ਜਦੋਂ ਵੀ ਉਹ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਟੂਰਨਾਮੈਂਟ ਜਿੱਤਦੀ ਹੈਗੀ ਹੈ ਤਾਂ ਉਹਨੂੰ ਹਾਈਐਸਟ ਪੇਮੈਂਟ ਮਿਲਦੀ ਹੈ। ਠੀਕ ਹੈ ਜੀ, ਨੈਕਸਟ ਜਿਹੜਾ ਹੈਗਾ ਇਹਦੇ ਵਿੱਚ ਆਪਣੇ ਕੋਲ ਆ ਜਾਂਦਾ ਹੈਗਾ ਬੇਟਾ ਡੈਫੀਨੇਸ਼ਨ ਰਾਈਟਿੰਗ। ਡੈਫੀਨੇਸ਼ਨ ਰਾਈਟਿੰਗ ਦੇ ਵਿੱਚ ਕੀ ਹੁੰਦੀ ਹੈ, ਪਰਿਭਾਸ਼ਾ ਮੂਲਕ ਲਿਖਤ। ਇਨ ਦਿਸ ਟਾਈਪ ਰਾਈਟਰਸ ਐਕਸਪਲੇਨ ਅ commonly used term that is not easy to define,
ਐਗਜ਼ਾਮਪਲ ਕੈਂਸਰ, ਇਨਫਲੇਸ਼ਨ, ਲਵ, ਕਰੇਜ ਐਕਸੈਟਰਾ, ਜਿਹੜੀ ਆਪਾਂ ਈਜ਼ੀਲੀ ਐਕਸਪਲੇਨ ਨਹੀਂ ਕਰ ਸਕਦੇ, ਪਰ ਆਪਾਂ ਨੂੰ ਲੱਗਦਾ ਕਿ ਆਪਾਂ ਉਹ ਕੀ ਚੀਜ਼ ਹੈ ਆਪਾਂ ਨੂੰ, ਠੀਕ ਹੈ, ਆਪਾਂ ਉਹਦੇ ਬਾਰੇ ਲਿਖਣਾ ਚਾਹੁੰਦੇ ਹਾਂ। ਜਿਵੇਂ ਕਿ ਕੈਂਸਰ ਬਹੁਤ ਫੈਲ ਰਿਹਾ ਅੱਜ ਕੱਲ੍ਹ, ਆਪਾਂ ਸੁਣਦੇ ਰਹਿੰਦੇ ਹਾਂ ਵੀ ਹੈ ਨਾ, ਆਮ ਜਾਂ ਇਨਸਾਨ ਨੂੰ ਹੈ ਨਾ, ਹਰ ਇੱਕ ਨੂੰ ਹੀ ਹੋਈ ਜਾਂਦਾ। ਇਨਫਲੇਸ਼ਨ ਹੈ, ਲਗਾਤਾਰ ਪ੍ਰਾਈਸਿਸ ਰਾਈਜ਼ ਕਰ ਰਹੀਆਂ ਨੇ, ਠੀਕ ਹੈ। ਲਵ, ਪਿਆਰ ਜਿਹੜਾ ਹੈਗਾ, ਜਿਵੇਂ ਕਿ ਆਪਾਂ ਇੱਕ ਲੜਕੀ ਆਪਣੀ ਜਿਹੜੀ ਹੈਗੀ ਮਾਂ ਨਾਲ ਬਹੁਤ ਪਿਆਰ ਕਰਦੀ ਹੈ, ਆਪਣੀ ਮਦਰ ਨਾਲ ਬਹੁਤ ਪਿਆਰ ਕਰਦੀ ਹੈਗੀ, ਉਹਦੇ ਬਾਰੇ ਲਿਖ ਸਕਦੀ ਹੈ, ਉਹਦਾ ਲਿਖਣ ਨੂੰ ਜੀ ਕਰਦਾ ਹੈ, ਠੀਕ ਹੈ। ਕਰੇਜ, ਸਾਹਸ ਬਾਰੇ ਲਿਖਦੇ ਹਾਂ, ਠੀਕ ਹੈ ਜੀ। ਨੈਕਸਟ ਹੈਗਾ ਆਪਣੇ ਕੋਲ ਪ੍ਰੋਬਲਮ ਸੋਲੂਸ਼ਨ ਰਾਈਟਿੰਗ, ਠੀਕ ਹੈ ਜੀ। ਪ੍ਰੋਬਲਮ ਸੋਲੂਸ਼ਨ ਰਾਈਟਿੰਗ ਹੁੰਦਾ ਹੈਗਾ ਸਮੱਸਿਆ ਅਤੇ ਸਮਾਧਾਨ ਮੂਲਕ ਲਿਖਤ ਜਿਹੜੀ ਕਹਿ ਸਕਦੇ ਆਪਾਂ। ਇਟ ਇਜ਼ ਰਿਲੇਟਡ ਟੂ ਦਾ ਸਟੇਟਮੈਂਟ ਆਫ ਪ੍ਰੋਬਲਮ ਐਂਡ ਸੋਲੂਸ਼ਨ, ਵੀ ਪ੍ਰੋਬਲਮ ਕੀ ਹੈ ਅਤੇ ਉਹਦਾ ਆਪਾਂ ਸੋਲੂਸ਼ਨ ਕਿਵੇਂ ਕਰ ਸਕਦੇ ਹਾਂ। ਜਿਵੇਂ ਆਪਾਂ ਅੱਗੇ ਨਾ ਐਗਜ਼ਾਮਪਲ ਲੈਣਾ, ਕਰੋਨਾ ਵਾਇਰਸ ਚੱਲ ਰਿਹਾ, ਦੇਖੋ ਕਰੰਟ ਹੈਗਾ, ਇਹ ਕੀ ਆਪਣਾ ਪ੍ਰੋਬਲਮ ਚੱਲ ਰਹੀ ਹੈਗੀ ਹੈ। ਇਹਦੇ ਸੋਲੂਸ਼ਨ ਕੀ ਹੈਗੇ ਨੇ ਕਿ ਵੀਅਰ ਮਾਸਕ, ਆਪਾਂ ਨੂੰ ਮਾਸਕ ਵੀਅਰ ਕਰਨੇ ਚਾਹੀਦੇ ਹੈ। ਸਟੇ ਐਟ ਹੋਮ, ਘਰ 'ਚ ਰਹਿਣਾ ਚਾਹੀਦਾ ਹੈ। ਹੈਂਡ ਵਾਸ਼ ਆਫਟਰ 20 ਸੈਕਿੰਡ, ਆਪਾਂ ਨੂੰ ਰੈਗੂਲਰਲੀ ਜਿਹੜਾ ਹੈਗਾ ਹੈਂਡ ਵਾਸ਼ ਕਰਨੇ ਚਾਹੀਦੇ ਹੈਗੇ ਨੇ, ਠੀਕ ਹੈ। ਵਾਸ਼ ਫਰੂਟਸ, ਵੈਜੀਟੇਬਲਸ ਐਂਡ ਐਵਰੀਥਿੰਗ, ਸਭ ਕੁਛ ਆਪਾਂ ਨੂੰ ਜਿਹੜਾ ਹੈਗਾ ਵਾਸ਼ ਕਰਨਾ ਚਾਹੀਦਾ ਹੈਗਾ, ਠੀਕ ਹੈ। ਜਾਂ ਖਾਣ ਵਾਲੀ ਚੀਜ਼ਾਂ ਨੇ, ਦੂਜੀਆਂ ਚੀਜ਼ਾਂ ਵੀ ਹੈਗੀਆਂ, ਆਪਾਂ ਨੂੰ ਲਗਾਤਾਰ ਉਹਨੂੰ ਵਾਸ਼ ਕਰਨਾ ਚਾਹੀਦਾ ਹੈ। ਅਵੋਇਡ ਟੱਚਿੰਗ ਯੋਰ ਫੇਸ, ਆਪਣੇ ਫੇਸ ਨੂੰ ਬਾਰ-ਬਾਰ ਜਿਹੜਾ ਹੈਗਾ ਟੱਚ ਨਹੀਂ ਕਰਨਾ ਚਾਹੀਦਾ ਹੈ। ਨੈਕਸਟ ਹੈਗਾ ਕੀਪ ਡਿਸਟੈਂਸ ਬਣਾ ਕੇ ਰੱਖਣਾ। ਆਪਾਂ ਕਹਿੰਦੇ 1 ਮੀਟਰ ਹੈ, ਪਰ ਅੱਜ ਕੱਲ੍ਹ ਜਿਹੜੀ ਨਵੀਂ ਇਨਫੋਰਮੇਸ਼ਨ ਇਹ ਹੈ ਕਿ 6 ਮੀਟਰ ਤੱਕ ਜਿਹੜੀ ਹੈਗੀ ਡਿਸਟੈਂਸ ਹੋਣਾ ਜ਼ਰੂਰੀ ਹੈ। ਨੈਕਸਟ ਜਿਹੜਾ ਹੈਗਾ ਆਪਣੇ ਕੋਲ ਹੈਗਾ ਸੀਕੁਐਂਸ ਜਾਂ ਕਰਮ, ਠੀਕ ਹੈ, ਦਾ ਜਿਹੜਾ ਲਿਖਤ ਹੁੰਦੀ ਹੈਗੀ ਹੈ, ਇਹ ਜਿਹੜਾ ਰੈਫਰਸ ਕਰਦਾ ਕਿਸੇ ਸਟੋਰੀ ਨੂੰ, ਵੀ ਬਿਗਨਿੰਗ ਕੀ ਹੈ ਉਹਦੀ, ਮਿਡਲ ਕੀ ਹੁੰਦਾ ਉਹਦਾ ਐਂਡ ਕੀ ਹੁੰਦਾ, ਜਾਂ ਫਸਟ ਇਵੈਂਟ ਕੀ ਹੈ, ਸੈਕਿੰਡ ਇਵੈਂਟ ਕੀ ਹੈ, ਥਰਡ ਇਵੈਂਟ ਕੀ ਹੈਗਾ। ਫੋਰ ਐਗਜ਼ਾਮਪਲ ਜਿਵੇਂ ਅੱਜ ਕੱਲ੍ਹ ਤੁਸੀਂ ਟੀ ਵੀ 'ਤੇ ਰਾਮਾਇਣ ਅਤੇ ਮਹਾਭਾਰਤ ਦੇਖ ਰਹੇ ਹੋ, ਠੀਕ ਹੈ, ਐਪੀਸੋਡਸ ਦੇਖੀ ਜਾਂਦੇ ਹੋ, ਫਸਟ, ਸੈਕਿੰਡ, ਥਰਡ, ਫੋਰਥ, ਠੀਕ ਹੈ, ਸਟੋਰੀ ਨੂੰ ਰਿਪਰਜੈਂਟ ਕਰ ਰਹੇ ਹੈਗੇ ਨੇ, ਠੀਕ ਹੈ ਜੀ। ਇਹਨੂੰ ਕਹਿੰਦੇ ਆ ਸੀਕੁਐਂਸ ਔਰ ਇਵੈਂਟ ਐਕਸਪੋਜ਼ਿਟਰੀ ਰਾਈਟਿੰਗ ਹੁੰਦੀ ਹੈ। ਨੈਕਸਟ ਜਿਹੜਾ ਹੈਗਾ ਆਪਣੇ ਕੋਲ ਆ ਜਾਂਦਾ ਹੈਗਾ ਕਲਾਸੀਫਿਕੇਸ਼ਨ ਰਾਈਟਿੰਗ, ਵਰਗੀਕ੍ਰਿਤ ਲਿਖਤ। ਇਹ ਕੀ ਹੁੰਦੀ ਹੈਗੀ, ਕਾਮਨ ਇਨ ਆ ਪ੍ਰੋਫੈਸ਼ਨਲ ਐਂਡ ਐਕੈਡੈਮਿਕ ਰਾਈਟਿੰਗ ਹੁੰਦੀ ਹੈ ਇਹ। ਇਟ ਇਨਵੋਲਵਸ ਜਸਟ ਇਨ ਮੇਕਿੰਗ ਅ ਲਿਸਟ ਆਫ ਆਈਟਮਸ ਦੀ ਇਹ ਲਿਸਟ ਵੀ ਬਣਾ ਸਕਦੀ ਹੈ, ਅਤੇ ਇੱਕ ਪ੍ਰੋਫੈਸ਼ਨਲ ਵੀ ਹੋ ਸਕਦੀ ਹੈ ਜਾਂ ਐਕੈਡੈਮਿਕ ਵੀ ਹੋ ਸਕਦੀ ਹੈ। ਪ੍ਰੋਫੈਸ਼ਨਲ ਕਿਸ ਨਾਲ ਹੋ ਸਕਦੀ ਹੈ, ਡਾਕਟਰ, ਇੰਜੀਨੀਅਰਿੰਗ, ਲਾਇਰਸ, ਠੀਕ ਹੈ, ਉਹ ਕੁਛ ਲਿਖਤ ਲਿਖ ਸਕਦੇ ਆ। ਐਕੈਡੈਮਿਕ ਜਿਹੜੀ ਹੁੰਦੀ ਹੈ ਕਿ ਟੀਚਰ ਨੇ ਕੁਛ ਪੜ੍ਹਾਇਆ ਹੈਗਾ, ਉਹਦੇ ਬਾਰੇ ਆਪਾਂ ਲਿਖ ਸਕਦੇ ਹੈਗੇ ਆ, ਜਾਂ ਬੁੱਕਸ ਦੇ ਵਿੱਚ ਜੋ ਲਿਖਿਆ ਹੋਇਆ ਹੈ। ਜਿਵੇਂ ਕਿ ਐਗਜ਼ਾਮਪਲ ਆਪਾਂ ਦੇ ਸਕਦੇ ਹਾਂ ਐਕੈਡੈਮਿਕ ਦੀ, ਪਾਪੂਲੇਸ਼ਨ ਨੂੰ ਆਪਾਂ 2 'ਚ ਜਿਹੜਾ ਹੈਗਾ ਪਾਰਟਸ 'ਚ ਡਿਵਾਈਡ ਕਰ ਲਿਆ, ਕਲਾਸੀਫਾਈ ਹੈ ਅਰਬਨ ਅਤੇ ਵਿਲੇਜ। ਫਿਰ ਉਹਨਾਂ ਦੇ ਜਿਹੜੇ ਅਰਬਨ ਦੇ ਵਿੱਚ ਮੇਲ ਐਂਡ ਫੀਮੇਲ ਦੀ ਸਟੱਡੀ ਕਰਨੀ, ਅਤੇ ਵਿਲੇਜ ਦੇ ਵਿੱਚ ਵੀ ਮੇਲ ਐਂਡ ਫੀਮੇਲ ਦੀ ਸਟੱਡੀ ਕਰਨਾ ਐਕੈਡੈਮਿਕ ਰਾਈਟਿੰਗ ਹੁੰਦੀ ਹੈ। ਨੈਕਸਟ ਜਿਹੜੀ ਹੈਗੀ ਆਪਣੀ ਜਿਹੜੀ ਪ੍ਰੋਫੈਸ਼ਨਲ ਰਾਈਟਿੰਗ ਦੇ ਵਿੱਚ ਆਪਾਂ ਇੱਕ ਬਿਜ਼ਨਸ ਐਕਟੀਵਿਟੀਜ਼ ਨੂੰ ਵੀ ਜਿਹੜਾ ਹੈਗਾ ਆਪਾਂ ਉਹਨਾਂ ਦਾ ਵੀ ਕਲਾਸੀਫਾਈ ਕਰ ਸਕਦੇ ਹਾਂ। ਕਿ ਪਹਿਲਾਂ ਕੀ ਹੁੰਦਾ ਹੈ ਕਿ ਮੈਨੂਫੈਕਚਰਿੰਗ ਹੁੰਦੀ ਹੈ, ਕਿਸੇ ਜਿਹੜੀ ਪ੍ਰੋਡਕਟ ਦੀ ਜਿਹੜੀ ਕੀ ਹੁੰਦੀ ਹੈ ਆਪਾਂ ਪ੍ਰੋਡਕਸ਼ਨ ਕਰਦੇ ਹੈਗੇ, ਮੈਨੂਫੈਕਚਰਿੰਗ ਕਰਦੇ ਹਾਂ, ਫਿਰ ਉਹਦੀ ਸੇਲ ਕਰਦੇ ਆਪਾਂ ਮਾਰਕੀਟ ਦੇ ਵਿੱਚ। ਦੈਨ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ, ਕਿ ਕਿਸੇ ਵੀ ਪ੍ਰੋਡਕਟ ਨੂੰ ਬਣਾਉਣ ਦੇ ਲਈ ਜੇ ਆਪਾਂ ਨੂੰ ਫੰਡ ਦੀ ਲੋੜ ਹੈਗੀ ਤਾਂ ਆਪਾਂ ਬੈਂਕ ਤੋਂ ਫੈਸਿਲਿਟੀਜ਼ ਲੈ ਸਕਦੇ ਹੈਗੇ ਆ। ਜਾਂ ਇੰਸ਼ੋਰੈਂਸ ਕਰਨਾ ਹੈਗਾ ਤਾਂ ਇੰਸ਼ੋਰੈਂਸ ਫੈਸਿਲਿਟੀਜ਼ ਲੈ ਸਕਦੇ ਹੈਗੇ ਆਪਾਂ ਨੇ। ਟਰਾਂਸਪੋਰਟ ਹੈ ਵਨ ਪਲੇਸ ਟੂ ਅਨਦਰ, ਆਪਾਂ ਨੇ ਸੇਲ ਕਰਨੀ ਹੈਗੀ ਤਾਂ ਉਹ ਟਰਾਂਸਪੋਰਟ ਦੇ ਜ਼ਰੀਏ। ਇਹ ਹੁੰਦੀਆਂ ਆਪਣੀਆਂ ਸਰਵਿਸਿਜ਼। ਨੈਕਸਟ ਬੇਟਾ ਆਪਣਾ ਟੌਪਿਕ ਹੈਗਾ ਟੀਚਿੰਗ ਟੈਕਸਟ ਸਟਰਕਚਰ ਟੂ ਸਟੂਡੈਂਟ, ਬ੍ਰੈਕਟ 'ਚ ਹੈਗਾ ਸਟ੍ਰੈਟੇਜੀਜ਼। ਕਿ ਜਿਹੜਾ ਹੈਗਾ ਆਪਾਂ ਨੂੰ ਟੈਕਸਟ ਸਟਰਕਚਰ ਜਿਹੜੀ ਹੈਗੀ ਹੈ ਸਟੂਡੈਂਟਸ ਨੂੰ, ਠੀਕ ਹੈ, ਵੀ ਟੈਕਸਟ ਵੀ ਲਿਖਣੀ, ਕੋਈ ਲਿਖਤ ਲਿਖਣੀ ਹੈਗੀ ਬੱਚਿਆਂ ਨੇ, ਉਹ ਕਿਵੇਂ ਜਿਹੜਾ ਹੈਗਾ ਇੱਕ ਸਟੂਡੈਂਟ ਲਿਖ ਸਕਦਾ ਹੈ, ਉਹਦੇ ਲਈ ਉਹ ਕਿਵੇਂ ਪਲੈਨਿੰਗ ਕਰ ਸਕਦਾ ਹੈ, ਕਿਵੇਂ ਉਹ ਐਕਸ਼ਨ 'ਚ ਲੈ ਕੇ ਆ ਸਕਦਾ ਹੈ। ਇਹ ਟੀਚਰਸ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੰਮ ਦੇਣਾ ਚਾਹੀਦਾ। ਲਿਖਤ ਦਾ ਕੰਮ ਜਿਹੜਾ ਹੈਗਾ ਕਲਾਸਰੂਮ ਦੇ ਵਿੱਚ ਉਹਨਾਂ ਤੋਂ ਕਰਵਾਉਣਾ ਚਾਹੀਦਾ ਹੈਗਾ। ਜਿਹਦੇ ਵਿੱਚ ਫਸਟ ਜਿਹੜਾ ਹੈਗਾ ਕੀ ਹੈਗਾ ਡਿਸਕਸ਼ਨ, ਠੀਕ ਹੈ, ਵਿਚਾਰ ਚਰਚਾ। ਜਿਹੜੇ ਹੁਣੇ ਆਪਾਂ ਇਹਦੀਆਂ ਜਾਂ ਕਾਈਂਡਸ ਕੀਤੀਆਂ ਜਾਂ ਆਪਾਂ ਸਟਾਈਲਸ ਕੀਤੀਆਂ, ਉਸ ਬੇਸ 'ਤੇ ਜਿਹੜਾ ਹੈਗਾ ਬੱਚੇ ਜਿਹੜੇ ਹੈਗੇ ਨੇ ਵਿਚਾਰ ਕਰ ਸਕਦੇ ਆ, ਜੋ ਵੀ ਉਹ ਲਿਖਣਾ ਚਾਹੁੰਦੇ ਆ ਉਹਦੇ ਬਾਰੇ ਵਿਚਾਰ ਕਰ ਸਕਦੇ ਆ। ਆਰਡਰ ਆਫ ਇੰਡਿਊਸਿੰਗ, ਸੈਕਿੰਡ ਹੈਗਾ ਪਾਠ ਦੀ ਤਿਆਰੀ ਲਈ ਕਹਿਣਾ। ਫਿਰ ਟੀਚਰ ਜਿਹੜਾ ਉਹਨਾਂ ਨੂੰ ਕਹੂਗਾ ਕਿ ਉਸ ਜਿਹੜਾ ਹੈਗਾ ਜੋ ਵੀ ਤੁਸੀਂ ਸਟਾਈਲ ਜਾਂ ਟਾਈਪ ਪੜ੍ਹੀ ਹੈਗੀ ਆ ਉਸ 'ਤੇ ਤੁਸੀਂ ਜਿਹੜਾ ਲਿਖਤ ਲਿਖਣੀ ਹੈਗੀ ਹੈ ਉਹਦੀ ਤਿਆਰੀ ਕਰੋ। ਪ੍ਰੈਡਿਕਸ਼ਨ, ਪੂਰਵ ਧਾਰਨਾ। ਫਿਰ ਤੁਸੀਂ ਜੋ ਵੀ ਲਿਖਣਾ ਹੈਗਾ ਬੱਚੇ ਨੇ ਕਹਿ ਸਕਦਾ ਕਿ ਤੁਸੀਂ ਪਹਿਲਾਂ ਦੇਖੋ ਕਿ ਤੁਸੀਂ ਲਿਖਣਾ ਕੀ ਚਾਹੁੰਦੇ ਹੋ, ਤੁਸੀਂ ਕੀ ਤੁਹਾਡੇ ਮਾਈਂਡ 'ਚ ਚੱਲ ਰਿਹਾ ਹੈਗਾ, ਕਿਸ ਬੇਸ 'ਤੇ ਤੁਸੀਂ ਲਿਖਣਾ ਚਾਹੁੰਦੇ ਹੋ, ਕਿ ਕਾਜ਼ ਐਂਡ ਇਫੈਕਟ ਹੈ ਜਾਂ ਪ੍ਰੋਸੈਸ ਰਾਈਟਿੰਗ ਹੈਗੀ ਹੈ, ਕਿਸ ਬਾਰੇ ਲਿਖਣਾ ਚਾਹੁੰਦੇ ਹੋ। ਦੈਨ ਹੈਗਾ ਜੀ ਆਪਣਾ ਸਿਗਨਲ ਵਰਡਸ। ਸਿਗਨਲ ਵਰਡਸ ਦੇ ਵਿੱਚ ਕੀ ਹੁੰਦੇ ਸੰਕੇਤਿਕ ਸ਼ਬਦ। ਜਿਹੜਾ ਮੈਂ ਕਲਾਸਰੂਮ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਤੁਸੀਂ ਨੰਬਰ ਆਫ ਐਸੇਸ ਲਿਖੇ ਹੋਣਗੇ, ਠੀਕ ਹੈ, ਅਤੇ ਨੰਬਰ ਆਫ ਪੈਰਾਗ੍ਰਾਫਸ ਲਿਖੇ ਹੋਣਗੇ, ਠੀਕ ਹੈ। ਉਹਦੇ ਵਿੱਚ ਤੁਸੀਂ ਕਾਜ਼ ਐਂਡ ਇਫੈਕਟ ਵੀ ਬਾਰੇ ਵੀ ਲਿਖਿਆ ਹੋਊਗਾ, ਠੀਕ ਹੈ। ਉਹਦੇ ਵਿੱਚ ਸੈਂਟੈਂਸਿਸ ਨੂੰ ਜੋ ਵਰਡ ਯੂਜ਼ ਕਰਦੇ ਆ, ਜਿਵੇਂ ਵਾਈ ਹੈ, ਵੈਨ ਹੈ, ਵੇਅਰ ਹੈ, ਠੀਕ ਹੈ, ਐਸੇ ਜਿਹੜੇ ਵਰਡਸ ਹੁੰਦੇ ਆ ਉਹ ਸਿਗਨਲ ਵਰਡਸ ਹੈ। ਉਹ ਬੱਚਿਆਂ ਨੂੰ ਆਪਾਂ ਨੂੰ ਕੱਢਣ ਲਈ ਕਹਿ ਸਕਦੇ ਹਾਂ। ਜੋ ਵੀ ਉਹ ਰਾਈਟਿੰਗ ਕਰੇਗਾ, ਚਾਹੇ ਉਹ ਕੋਈ ਉਹ ਡਿਸਕ੍ਰਿਪਸ਼ਨ ਦੀ ਕਰਦਾ ਹੈਗਾ, ਠੀਕ ਹੈ, ਜਾਂ ਉਹ ਕੰਪੈਰੀਜ਼ਨ ਦੀ ਕਰਦਾ ਹੈਗਾ, ਉਸ ਬੇਸ 'ਤੇ ਉਹ ਸਿਗਨਲ ਵਰਡ ਜਿਹੜਾ ਹੈਗਾ ਕੱਢੇਗਾ। ਨੈਕਸਟ ਹੈਗਾ ਯੂਜ਼ ਆਫ ਗ੍ਰਾਫਿਕ ਆਰਗੇਨਾਈਜ਼ਸ, ਠੀਕ ਹੈ, ਚਿੱਤਰਾਂ ਜਾਂ ਨਕਸ਼ਿਆਂ ਦੇ ਸੰਗਠਨ ਦੀ ਵਰਤੋਂ। ਜਿਵੇਂ ਕਿ ਆਪਾਂ ਹੁਣੇ ਆਪਾਂ ਪਿੱਛੇ ਵੀ ਕੀਤਾ ਸੀਗਾ ਕਿ ਆਪਾਂ ਨੰਬਰ ਆਫ ਜਿਹੜੇ ਡਾਇਗਰਾਮਸ ਦੇ ਥਰੂ ਵੀ ਐਕਸਪਲੇਨੇਸ਼ਨ ਕੀਤੀ, ਐਵੇਂ ਬੱਚੇ ਵੀ ਕਰ ਸਕਦੇ ਆ। ਰਿਲੀਜ਼ਿੰਗ ਆਫ ਰਿਸਪੌਂਸਿਬਿਲਿਟੀ ਮਾਡਲ, ਠੀਕ ਹੈ, ਜ਼ਿੰਮੇਵਾਰੀ ਨੂੰ ਘਟਾਉਣਾ,
ਟੀਚਰ ਜਿਹੜਾ ਹੈਗਾ ਕਲਾਸ ਦੇ ਵਿੱਚ ਜੋ ਵੀ ਟੌਪਿਕ ਡਿਸਕਸ ਕਰਦਾ ਹੈਗਾ ਉਹਦੇ ਵਿੱਚ ਬੱਚਿਆਂ ਦੇ ਵਿਊਜ਼ ਵੀ ਲੈ ਸਕਦਾ ਹੈਗਾ। ਇਹਦੇ ਨਾਲ ਕੀ ਆ, ਉਹ ਲਿਖਤ ਉਹਨਾਂ ਦੀ ਜਿਹੜੀ ਕੀ ਹੋਊਗੀ, ਜ਼ਿਆਦਾ ਇੰਪਰੂਵ ਹੋਊਗੀ। ਐਕਸਪਲਿਸਿਟ ਇੰਸਟਰਕਸ਼ਨ, ਸਪਸ਼ਟ ਨਿਰਦੇਸ਼ ਹੋਣੇ ਚਾਹੀਦੇ ਹੈ। ਬੱਚਿਆਂ ਨੂੰ ਜਿਹੜਾ ਹੈਗਾ ਕਿਸੇ ਲਿਖਤ ਬਾਰੇ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿਸ ਬਾਰੇ ਲਿਖ ਰਹੇ ਹੋ, ਉਹ ਸਪਸ਼ਟ ਹੋਣਾ ਚਾਹੀਦਾ ਹੈ। ਅੱਗੇ ਹੋਰ ਵੀ ਪੁਆਇੰਟ ਹੈਗੇ ਇਹਦੇ, ਜਿਵੇਂ ਥਿੰਕ ਅਲਾਊਡ ਸਟ੍ਰੈਟਜੀ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਹੈਗਾ ਸੋਚੋ ਅਤੇ ਪੜ੍ਹੋ ਦੀ ਜੁਗਤ। ਇਹਦੇ ਵਿੱਚ ਟੀਚਰ ਨੂੰ ਜਿਹੜਾ ਹੈਗਾ ਖੁਦ ਹੀ ਜਿਹੜਾ ਹੈਗਾ ਇੱਕ ਟੌਪਿਕ ਨੂੰ ਜਿਹੜਾ ਹੈਗਾ ਕਲਾਸ ਦੇ ਵਿੱਚ ਲਾਊਡਲੀ ਪੜ੍ਹਨਾ ਚਾਹੀਦਾ ਹੈਗਾ, ਅਤੇ ਬੱਚੇ ਵੀ ਜਿਹੜਾ ਹੈਗਾ ਜੋ ਲਿਖਣਗੇ ਉਹ ਲਾਊਡਲੀ ਪੜ੍ਹਨਗੇ। ਨੈਕਸਟ ਹੈਗਾ ਨੋਨ ਲਿੰਗੁਇਸਟਿਕ ਰਿਪਰਜੈਂਟੇਸ਼ਨਸ, ਗੈਰ ਭਾਸ਼ਾਈ ਦੀ ਪ੍ਰਸਤੁਤੀ। ਇਹਦੇ ਵਿੱਚ ਵੀ ਕੀ ਹੈਗਾ ਕਿ ਲੈਂਗੁਏਜ ਦੀ ਜਗ੍ਹਾ 'ਤੇ ਆਪਾਂ ਕੋਈ ਡਾਇਗਰਾਮ ਬਣਾ ਕੇ ਵੀ ਐਕਸਪਲੇਨੇਸ਼ਨ ਕਰ ਸਕਦੇ ਹਾਂ। ਨੈਕਸਟ ਹੈਗਾ ਰਾਈਟਿੰਗ ਦਾ ਟੈਕਸਟ ਸਟਰਕਚਰ, ਪਾਠ ਸੰਰਚਨਾਵਾਂ ਦਾ ਜਿਹੜਾ ਤਿਆਰ ਕਰਨਾ। ਠੀਕ ਹੈ, ਇਹਦੇ ਵਿੱਚ ਕੀ ਹੈ, ਅਲੱਗ-ਅਲੱਗ ਬੱਚੇ ਜਿਹੜੇ ਹੈਗੇ ਨੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਟੈਕਸਟ ਸਟਰਕਚਰ ਲਿਖ ਸਕਦੇ, ਜੋ ਵੀ ਉਹਨਾਂ ਦੇ ਜਿਹੜੇ ਹੈਗੇ ਨੇ ਅੰਦਰੋਂ ਜਿਹੜੀ ਹੈਗੀਆਂ ਨੇ ਆਪਣੀ ਜਿਹੜੀ ਫੀਲਿੰਗਸ ਹੈਗੀਆਂ ਨੇ। ਠੀਕ ਹੈ ਜੀ। ਨੈਕਸਟ ਹੈਗਾ ਕਨੈਕਟਿੰਗ ਰੀਡਿੰਗ ਐਂਡ ਰਾਈਟਿੰਗ, ਪੜ੍ਹਨ ਅਤੇ ਲਿਖਣ ਦਾ ਸੰਬੰਧ ਨੂੰ ਜੋੜਨਾ, ਵੀ ਜੋ ਵੀ ਬੱਚੇ ਪੜ੍ਹਦੇ ਹੈਗੇ ਆ ਉਹਨੂੰ ਫਿਰ ਉਹ ਲਿਖਣਗੇ। ਰਾਈਟਿੰਗ ਆਫ ਡਿਫਰੈਂਟ ਟੈਕਸਟ ਸਟਰਕਚਰ, ਬੱਚੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਟੈਕਸਟ ਸਟਰਕਚਰ ਲਿਖ ਸਕਦੇ ਆ। ਟ੍ਰੇਅਰ ਹੰਟ, ਠੀਕ ਹੈ, ਉੱਤਮ ਸੰਰਚਨਾਵਾਂ ਦੀ ਭਾਲ ਕਰੋ। ਬੱਚਿਆਂ ਨੂੰ ਜਿਹੜਾ ਹੈਗਾ ਟ੍ਰੇਅਰ ਹੰਟ ਬਾਰੇ ਵੀ ਕਹਿ ਸਕਦੇ, ਜੋ ਕਰੰਟ ਇਨਫੋਰਮੇਸ਼ਨ ਚੱਲ ਰਹੀ ਹੈ ਉਸ 'ਤੇ ਤੁਸੀਂ ਕੋਈ ਲਿਖਤ ਲਿਖੋ। ਨੈਕਸਟ ਹੈ ਯੂਜ਼ ਆਫ ਸਮਰੀ, ਇੱਕ ਸਮਰੀ ਬਣਾ ਕੇ ਵੀ ਲਿਖਿਆ ਜਾ ਸਕਦਾ ਹੈਗਾ। ਸਮਰੀ ਜਿਹੜੇ ਹੈ, ਸਮਰੀ 'ਚ ਆਪਾਂ ਜੇ ਕੁਛ ਲਿਖਦੇ ਹੈਗੇ ਆ, ਸਮਰਾਈਜ਼ ਕਰਦੇ ਹਾਂ, ਉਹਦੇ 'ਚ ਕੁਐਸਚਨ ਕਿਵੇਂ ਕੱਢ ਸਕਦੇ ਹਾਂ, ਇਹ ਵੀ ਬੱਚੇ ਨੂੰ ਸਿਖਾਉਣਾ ਚਾਹੀਦਾ ਹੈਗਾ, ਕਰਨ ਲਈ ਕਹਿਣਾ ਚਾਹੀਦਾ। ਪ੍ਰੈਕਟਿਸ, ਅਤੇ ਲਗਾਤਾਰ ਜਿੰਨੇ ਵੀ ਆਪਾਂ ਸਟਾਈਲ ਜਾਂ ਟਾਈਪਸ ਕੀਤੀਆਂ, ਬੱਚਿਆਂ ਨੂੰ ਲਗਾਤਾਰ ਉਹਦੇ ਬਾਰੇ ਪ੍ਰੈਕਟਿਸ ਕਰਨ ਲਈ ਵੀ ਘਰ 'ਚ ਤੁਸੀਂ ਜਿਹੜਾ ਇਹ ਜਿਹੜੇ ਹੈਗੇ ਇੱਕ ਅੱਧੀ ਜਿਹੜੀ ਤੁਸੀਂ ਕਾਜ਼ ਐਂਡ ਇਫੈਕਟ ਜਿਹੜੇ ਹੈਗੇ ਕੋਈ ਲਿਖਤ ਲਿਖ ਕੇ ਲੈ ਕੇ ਆਉਣੀ ਹੈਗੀ ਹੈ। ਨੈਕਸਟ ਆਪਣਾ ਟੌਪਿਕ ਬੇਟਾ ਹੈਗਾ ਬਾਇਓਗ੍ਰਾਫਿਕਲ ਰਾਈਟਿੰਗ, ਜੀਵਨ ਮੂਲਕ ਲਿਖਤ। ਪਹਿਲਾਂ ਆਪਾਂ ਇਹਦਾ ਮੀਨਿੰਗ ਦੇਖ ਲੈਂਦੇ ਹਾਂ। ਅ ਬਾਇਓਗ੍ਰਾਫੀ ਇਜ਼ ਸਿੰਪਲੀ ਦ ਸਟੋਰੀ ਆਫ ਅ ਲਾਈਫ, ਇਟ ਇਜ਼ ਦ ਸਟੱਡੀ ਆਫ ਅ ਰੀਅਲ ਪਰਸਨਸ ਲਾਈਫ ਰਿਟਨ ਬਾਈ ਸਮਵਨ, ਇਟ ਇਜ਼ ਨੋਨ ਫਿਕਸ਼ਨ। ਬਾਇਓਗ੍ਰਾਫੀ ਕੀ ਹੁੰਦੀ ਹੈਗੀ ਹੈ, ਇਹ ਜਿਹੜਾ ਆਪਾਂ ਕਿਸੇ ਰੀਅਲ ਪਰਸਨ ਬਾਰੇ ਲਿਖਦੇ ਹਾਂ ਅਤੇ ਲਿਖਦਾ ਕੋਈ ਹੋਰ ਹੈ, ਇਹ ਨੋਨ ਫਿਕਸ਼ਨ ਹੁੰਦੀ ਹੈ ਕਿ ਇਹ ਫੈਕਟ ਬੇਸ 'ਤੇ ਹੁੰਦੀ ਹੈਗੀ ਹੈ। ਠੀਕ ਹੈ ਜੀ। ਜਿਵੇਂ ਮੈਂ ਤੁਹਾਨੂੰ ਕਲਾਸਰੂਮ ਦੇ ਵਿੱਚ ਵੀ ਕਿਹਾ ਸੀਗਾ ਕਿ ਆਪਾਂ ਅਸਾਈਨਮੈਂਟ 'ਚ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਟੌਪਿਕ ਕਿ ਤੁਸੀਂ ਇੱਕ ਬਾਇਓਗ੍ਰਾਫੀ ਲਿਖਣੀ ਹੈਗੀ ਹੈ, ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਹੈ ਕਿ ਮੈਂ ਬਾਇਓਗ੍ਰਾਫੀ ਇਸ 'ਤੇ ਲਿਖੀ ਹੈਗੀ ਹੈ। ਠੀਕ ਹੈ, ਇੱਥੇ ਆਪਾਂ ਗੱਲ ਕਰ ਰਹੇ ਹਾਂ ਸਚਿਨ ਤੰਦੂਲਕਰ ਜੀ ਦੀ ਬਾਇਓਗ੍ਰਾਫੀ। ਠੀਕ ਹੈ, ਕੁਛ ਜਿਹੜਾ ਹੈਗਾ ਥਿਓਰੈਟੀਕਲ ਪਾਰਟ ਦੇ ਵਿੱਚ ਜਿਹੜਾ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਦੀ ਸਟਰਕਚਰ ਕਿਵੇਂ ਹੁੰਦੀ ਹੈ ਬਾਇਓਗ੍ਰਾਫੀ ਦੀ, ਜਿਹਦੇ ਵਿੱਚ ਆਪਾਂ ਸਟਰਕਚਰ ਜਿਹੜੀ ਹੁੰਦੀ ਹੈ ਪਹਿਲਾਂ ਇੰਟਰੋਡਕਸ਼ਨ ਹੁੰਦਾ ਹੈ, ਦੈਨ ਬੋਡੀ, ਦੈਨ ਕਨਕਲੂਜਨ। ਅਤੇ ਇੱਕ ਥੋੜ੍ਹਾ ਜਿਹੜਾ ਹੈਗਾ ਥਿਓਰੈਟੀਕਲ ਪਾਰਟ ਦੇ ਵਿੱਚ ਲਿਖਿਆ ਹੋਇਆ ਕਿ ਇਨਫੋਰਮੇਸ਼ਨ ਕੀ ਹੁੰਦੀ ਹੈ, ਜੋ ਵੀ ਆਪਾਂ ਇਹਨਾਂ ਦੇ ਆਪਾਂ ਸਾਰੀ ਇਨਫੋਰਮੇਸ਼ਨ ਹੁਣ ਆਪਾਂ ਜਿਹੜੀ ਡਿਸਕਸ ਕਰਾਂਗੇ ਉਹ ਕੀ ਹੁੰਦਾ, ਇੱਕ ਇਨਫੋਰਮੇਸ਼ਨ ਹੁੰਦੀ ਹੈ ਕਿਸੇ ਬਾਇਓਗ੍ਰਾਫੀ ਦੀ। ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਇਹਦੇ ਸਟਰਕਚਰ ਨੂੰ ਜਿਹੜਾ ਹੈਗਾ ਇਹਨਾਂ ਦੀ ਬਾਇਓਗ੍ਰਾਫੀ ਦੇ ਅਕੋਰਡਿੰਗਲੀ ਆਪਾਂ ਇਹਨੂੰ ਡਿਸਕ੍ਰਾਈਬ ਕਰ ਸਕਦੇ ਹਾਂ। ਸਟਰਕਚਰ ਦੇ ਵਿੱਚ ਪਹਿਲਾਂ ਹੈਗਾ ਇੰਟਰੋਡਕਸ਼ਨ। ਠੀਕ ਹੈ ਜੀ, ਵੀ ਸਚਿਨ ਤੰਦੂਲਕਰ ਜੀ ਦਾ ਬਰਥ ਜਿਹੜਾ ਹੈਗਾ 24 ਅਪ੍ਰੈਲ 1973 ਦੇ ਵਿੱਚ ਹੋਇਆ, ਰਾਜਾਪੁਰ ਸਰਸਵਤ ਬ੍ਰਾਹਮਣ ਫੈਮਿਲੀ ਇਨ ਬੰਬੇ ਦੇ ਵਿੱਚ ਹੋਇਆ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਹੈਗਾ ਲਿਖਿਆ ਐਟ ਦਾ ਏਜ ਆਫ 15 ਦੇ ਵਿੱਚ ਉਹਨਾਂ ਨੇ ਫਸਟ ਡੈਬਿਊ ਕੀਤਾ ਸੀਗਾ ਕ੍ਰਿਕਟ ਦੇ ਵਿੱਚ। ਦੈਨ ਜਿਹੜਾ ਹੈਗਾ ਕੀ ਹੈ ਇਹਨਾਂ ਦਾ ਜਿਹੜਾ ਹੈਗਾ ਅਵਾਰਡ ਵੀ ਮਿਲਿਆ ਇਹਨਾਂ ਨੂੰ, ਭਾਰਤ ਰਤਨਾ ਜਿਹੜਾ ਹਾਈਐਸਟ ਸਿਵੀਲੀਅਨ ਅਵਾਰਡ ਹੈਗਾ ਇਹਨਾਂ ਨੂੰ ਮਿਲਿਆ, ਦ ਯੰਗੈਸਟ ਪਰਸਨ ਟੂ ਰਿਸੀਵ ਦਿਸ ਅਵਾਰਡ। ਦੈਨ ਇਹ ਹੋ ਗਈ ਆਪਣੀ ਇੰਟਰੋਡਕਸ਼ਨ। ਦੈਨ ਹੈਗਾ ਬੋਡੀ ਦੇ ਵਿੱਚ ਹੈਗਾ ਕਿ ਇਹਨਾਂ ਨੇ ਜਿਹੜਾ ਹੈਗਾ 30,000 ਜਿਹੜੇ ਰਨਸ ਲਿੱਤੇ ਨੇ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ, ਅਤੇ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਰਨਸ ਬਣਾਏ ਨੇ, ਅਤੇ ਇਹਨਾਂ ਨੇ 100 ਸੈਂਚੁਰੀਆਂ ਮਾਰੀਆਂ ਨੇ। ਠੀਕ ਹੈ ਜੀ, ਜਾਂ ਇਨਿੰਗਸ ਬਹੁਤ ਵਧੀਆ ਇਹਨਾਂ ਨੇ ਲਿੱਤੀਆਂ ਹੈਗੀਆਂ ਨੇ। ਅਤੇ ਇੱਕ ਜਾਂ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਦ ਲਿਟਲ ਮਾਸਟਰ ਵੀ ਕਿਹਾ ਜਾਂਦਾ ਹੈਗਾ, ਔਰ ਈਵਨ ਗੋਡ ਆਫ ਕ੍ਰਿਕਟ ਕਿਹਾ ਜਾਂਦਾ ਇਹਨਾਂ ਨੂੰ। ਠੀਕ ਹੈ ਜੀ। ਨੈਕਸਟ ਜਿਹੜਾ ਹੈਗਾ ਇਹਨਾਂ ਕੋਲ ਵੰਡਰਫੁਲ ਟੈਕਨੀਕਸ ਨੇ, ਤਾਂ ਹੀ ਜਿਹੜਾ ਇਹ ਬਹੁਤ ਜ਼ਿਆਦਾ ਪੋਪੂਲਰ ਨੇ ਐਜ਼ ਕੰਪੇਅਰ ਟੂ ਅਦਰ ਕ੍ਰਿਕਟਰਸ, ਕਿ ਇਹਨਾਂ ਜਿਹੜੀ ਇੱਕ ਟੈਕਨੀਕ ਹੈਗੀ ਖੇਡਣ ਦੀ ਬਹੁਤ ਜ਼ਿਆਦਾ ਕੀ ਹੈ ਅਲੱਗ ਹੀ ਹੈਗੀ ਹੈ। ਠੀਕ ਹੈ, ਇਹ ਇੱਕ ਜਿਹੜਾ ਹੈਗਾ ਇੱਕ ਇੰਗਲੈਂਡ ਦਾ ਇੱਕ ਪਲੇਸ ਦੀ ਜਗ੍ਹਾ ਹੈਗੀ ਹੈ ਯੋਰਕਸ਼ਾਇਰਮੈਨ, ਇਹਦੇ ਵਿੱਚ ਇਹ ਬਹੁਤ ਫੇਮਸ ਹੈਗੇ ਨੇ। ਠੀਕ ਹੈ ਜੀ। ਦੈਨ ਆਪਾਂ ਕਨਕਲੂਜਨ ਦੀ ਗੱਲ ਕਰਦੇ ਹੈਗੇ। ਕਨਕਲੂਜਨ ਦੇ ਵਿੱਚ ਆਪਾਂ ਇਹ ਲਿਖਦੇ ਹਾਂ ਕਿ ਇਹ ਫੇਮਸ ਪਰਸਨੈਲਿਟੀ ਹੈਗੀ ਹੈ ਕੰਟਰੀ ਦੀ ਆਪਣੀ, ਕੁਆਇਟ ਫੈਮਿਲੀ ਮੈਨ ਹੈਗੇ ਨੇ, ਸਟਿਲ ਵਿਜ਼ਿਟ ਇੰਡੀਅਨ ਟੈਂਪਲ ਜਿਹੜਾ ਹੈਗੇ ਇਹ ਜਾਂਦੇ ਆ। ਅਤੇ ਇਹਨਾਂ ਦੀ ਜਿਹੜੀ ਬਾਇਓਗ੍ਰਾਫੀ ਹੈਗੀ ਹੈ ਕਿਹਨਾਂ ਨੇ ਲਿਖੀ ਹੈਗੀ ਹੈ, ਇਹ ਪੈਟਿੰਗਰ ਤੇਜ਼ਵਾਨ ਨੇ। ਨੈਕਸਟ ਬੇਟਾ ਹੈਗਾ ਕਲਾਸਰੂਮ ਰਾਈਟਿੰਗ ਆਫ ਐਨ ਐਕਸਪੋਜ਼ਿਟਰੀ ਐਸੇ, ਵਿਆਖਿਆਤਮਕ ਐਸੇ ਜਾਂ ਲੇਖ ਕਹਿ ਸਕਦੇ ਹਾਂ ਆਪਾਂ ਇਹਨੂੰ। ਠੀਕ ਹੈ, ਇਸ ਬਾਰੇ ਵੀ ਜਿਹੜਾ ਹੈ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਆਪਾਂ ਨੂੰ ਐਸੇ ਕਿਵੇਂ ਲਿਖਣਾ ਹੈਗਾ, ਠੀਕ ਹੈ, ਉਸ ਬਾਰੇ ਸਿਖਾਉਣਾ ਚਾਹੀਦਾ ਹੈ। ਇਹ ਕੀ ਹੁੰਦਾ ਹੈਗਾ, ਇਟ ਇਜ਼ ਅ ਪੀਸ ਆਫ ਰਿਟਨ ਵਰਕ ਦੈਟ ਏਮਸ ਟੂ ਡਿਫਾਈਨ ਐਂਡ ਇਨਵੈਸਟੀਗੇਟ ਅ ਟੋਪਿਕ ਫॉर द रीडर।
ਇਹ ਬੱਚੇ ਨੂੰ ਆਪਾਂ ਕਲਾਸਰੂਮ ਦੇ ਵਿੱਚ ਕਹਿ ਸਕਦੇ ਹਾਂ ਕਿ ਕੋਈ ਵੀ ਤੁਸੀਂ ਐਸੇ ਲਿਖੋ ਜੋ ਕਰੰਟ ਚੱਲ ਰਿਹਾ ਜਾਂ ਤੁਹਾਡੇ ਮਾਈਂਡ 'ਚ ਫੀਲਿੰਗਸ ਹੈਗੀਆਂ ਨੇ, ਠੀਕ ਹੈ, ਉਹਦੇ ਬਾਰੇ ਤੁਸੀਂ ਕੋਈ ਵੀ ਜਿਹੜਾ ਹੈਗਾ ਐਸੇ ਲਿਖ ਸਕਦੇ ਹੈਗੇ ਹੋ। ਉਹਨੂੰ ਤੁਸੀਂ ਡਿਫਾਈਨ ਕਰੋ, ਠੀਕ ਹੈ, ਦੈਨ ਇਨਵੈਸਟੀਗੇਟ ਕਰੋ ਕਿ ਉੱਥੇ ਤੁਸੀਂ ਮਟੀਰੀਅਲ ਕਿੱਥੋਂ ਇਕੱਠਾ ਕਰਨਾ ਹੈਗਾ, ਉਹਦੇ ਸੋਰਸਿਸ ਕੀ ਹੈਗੇ ਨੇ, ਤੁਸੀਂ ਬੁੱਕਸ 'ਚੋਂ ਲੈਣਾ ਹੈਗਾ ਜਾਂ ਲਾਇਬ੍ਰੇਰੀ 'ਚੋਂ ਲੈਣਾ ਜਾਂ ਮੈਗਜ਼ੀਨ 'ਚੋਂ ਲੈਣਾ ਹੈਗਾ। ਉਹਦੇ ਬਾਅਦ ਤੁਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਨੀ ਹੈ ਟੌਪਿਕ ਦੀ, ਅਤੇ ਜੋ ਵੀ ਤੁਸੀਂ ਲਿਖੋਗੇ ਉਹ ਰੀਡਰਸ ਲਈ ਕੀ ਹੋਊਗਾ, ਉਹ ਇਫੈਕਟਿਵ ਹੋਊਗਾ। ਉਹਨੂੰ ਪੜ੍ਹ ਕੇ ਜਿਹੜੇ ਹੈਗੇ ਰੀਡਰਸ ਕੁਛ ਨਾ ਕੁਛ ਜਿਹੜਾ ਹੈਗਾ ਉਹਦਾ ਤਰਕ ਕੱਢ ਸਕਦੇ ਆ ਅਤੇ ਜਿਹੜਾ ਹੈਗਾ ਗਿਆਨ ਲੈ ਸਕਦੇ ਆ। ਇਹ ਕਿਸ ਬੇਸ 'ਤੇ ਜਿਹੜਾ ਹੈਗਾ ਐਕਸਪੋਜ਼ਿਟਰੀ ਐਸੇ ਹੋ ਸਕਦੇ ਆ, ਟਾਈਪਸ ਉਹੀ ਹੈ ਜਿਹੜੇ ਆਪਾਂ ਆਲਰੇਡੀ ਕਰ ਚੁੱਕੇ ਹੈਗੇ ਆ। ਪ੍ਰੋਸੈਸ ਬੇਸ 'ਤੇ ਹੋ ਸਕਦੇ ਆ, ਡਿਸਕ੍ਰਿਪਟਿਵ ਬੇਸ 'ਤੇ ਹੋ ਸਕਦੇ ਆ, ਕਾਜ਼ ਐਂਡ ਇਫੈਕਟ ਬੇਸ 'ਤੇ ਹੋ ਸਕਦੇ ਆ, ਜਾਂ ਪ੍ਰੋਬਲਮ ਐਂਡ ਸੋਲੂਸ਼ਨ ਬੇਸ 'ਤੇ ਹੋ ਸਕਦੇ ਆ।